ਦੀਪ ਸਿੱਧੂ ਨੇ ਸ਼ਾਇਦ ਸੌਖੇ ਸ਼ਬਦਾਂ ਦੇ ਵਿੱਚ ਨੌਜਵਾਨੀ ਨੂੰ ਹੋਣ ਦੀ ਗੱਲ ਲੈ ਕੇ, ਐਗਜ਼ਿਸਟੈਂਸ ਦੀ ਗੱਲ ਲੈ ਕੇ, ਪਾਤਸ਼ਾਹੀ ਦਾਅਵੇ ਦੀ ਵਿਆਖਿਆ ਕਰਕੇ ਸ਼ਾਇਦ ਨੌਜਵਾਨਾਂ ਦੇ ਅਵਚੇਤਨ ਮਨ ਦੇ ਵਿੱਚ ਪਏ ਜਿਹੜੇ ਉਹ ਸੂਖਮ ਜਿਹੇ ਵਰਤਾਰੇ ਸੀ ਉਹਨਾਂ ਨੂੰ ਪ੍ਰਗਟ ਰੂਪ ਦੇ ਵਿੱਚ ਸਾਹਮਣੇ ਰੱਖਿਆ ਕਿ ਨੌਜਵਾਨੀ ਨੂੰ ਇੰਜ ਲੱਗਾ ਕਿ ਸਾਨੂੰ ਸਾਡੀ ਮਾਨਸਿਕਤਾ ਦੇ ਹਾਣ ਦਾ ਕੋਈ ਇਵੇਂ ਦਾ ਆਗੂ ਮਿਲਿਆ ਜਿਹੜਾ ਕਿਤੇ ਨਾ ਕਿਤੇ ਸਾਡੇ ਉਹਨਾਂ ਵਿਚਾਰਾਂ ਦੀ ਤਰਜਮਾਨੀ ਕਰਦਾ ਜਿਹੜੇ ਵਿਚਾਰ ਕਿਤੇ ਨਾ ਕਿਤੇ ਅੰਦਰ ਦੱਬੇ ਹੋਏ ਸੀ। ਤੁਹਾਨੂੰ ਲੱਗਦਾ ਕਿ ਦੀਪ ਸਿੱਧੂ ਦੀ ਚਲਾਈ ਹੋਈ ਇਹ ਲਹਿਰ ਨੂੰ ਜਿਹੜਾ ਅਮਰਤਪਾਲ ਸਿੰਘ ਉਸੇ ਸਪੀਡ ਦੇ ਨਾਲ, ਉਸੇ ਗਤੀ ਦੇ ਨਾਲ ਅੱਗੇ ਲਿਜਾ ਸਕਣਗੇ? ਮੈਂ ਕਿਹਾ ਦੀਪ ਪੰਥਕ ਜਿਹੜਾ ਨੌਜਵਾਨ ਹੈ ਨਾ, ਪੰਥ ਦੀ ਵਿਚਾਰਧਾਰਾ 'ਚ ਤੈਨੂੰ ਇੱਕ ਆਗੂ ਦੇ ਰੂਪ 'ਚ ਵੇਖਦਾ ਤੇ ਕਹਿੰਦਾ ਬਾਈ ਅਜੇ ਮੈਂ ਇਸ ਕਾਬਲ ਨਹੀਂ ਬਣਿਆ, ਜਿਸ ਤਰ੍ਹਾਂ ਖੰਡੇ ਬਾਟੇ ਦੀ ਪਾਹੁਲ ਲੈ ਕੇ ਮੈਂ ਗੁਰੂ ਵਾਲਾ ਸਿੰਘ ਬਣੂੰਗਾ ਉਦੋਂ ਮੈਂ ਪੰਥਕ ਲੀਡਰਸ਼ਿਪ ਕਲੇਮ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸੰਸਾਰਦੀਪ। ਪਿਛਲੇ ਦਿਨੀ ਕਿਸਾਨੀ ਸੰਘਰਸ਼ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਤੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚਲਾ ਕੇ ਇਤਿਹਾਸ ਬਣਾਉਣ ਵਾਲੇ ਦੀਪ ਸਿੱਧੂ ਦੀ ਇੱਕ ਹਾਦਸੇ ਦੇ ਵਿੱਚ ਬੇਵਕਤੀ ਮੌਤ ਹੋ ਗਈ ਸੀ, ਜਿਸ ਨੂੰ ਮੌਤ ਦੇ ਇੰਨੇ ਸਮੇਂ ਬਾਅਦ ਵੀ ਸ਼ਰਧਾਂਜਲੀਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਆ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ ਦਾ ਸਿਲਸਿਲਾ ਸੰਨ 2015 ਤੋਂ ਲਗਾਤਾਰ ਚੱਲਿਆ ਆ ਰਿਹਾ, ਜਿਹੜਾ ਅੱਜ ਵੀ ਲਗਾਤਾਰ ਜਾਰੀ ਆ। ਸਿੱਖ ਪੰਥ ਦੇ ਮਨਾਂ ਦੇ ਵਿੱਚ ਰੋਸ ਆ ਕਿ ਇੰਨੀਆਂ ਬੇਅਦਬੀਆਂ ਹੋਣ ਦੇ ਬਾਵਜੂਦ ਵੀ ਦੋਸ਼ੀ ਜਿਹੜੇ ਨੇ ਖੁੱਲ੍ਹੇਆਮ ਘੁੰਮ ਰਹੇ ਨੇ। ਇਨਸਾਫ ਲੈਣ ਦੇ ਲਈ ਤੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣ ਦੇ ਲਈ ਬਰਗਾੜੀ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਜਿਹੜਾ ਸ਼ਰਧਾਂਜਲੀ ਸਮਾਗਮ ਉਲੀਕਿਆ ਗਿਆ ਸੀ, ਉਸ ਦੇ ਵਿੱਚ ਡਾਕਟਰ ਸੁਖਪ੍ਰੀਤ ਉਦੋਕੇ ਉਚੇਚੇ ਤੌਰ ਤੇ ਪਹੁੰਚੇ ਨੇ। ਗੱਲਬਾਤ ਕਰਦੇ ਹਾਂ। ਉਦੋਕੇ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਗਰਾਮ ਬਾਰੇ ਗੱਲ ਕਰੀਏ, ਸਾਰਾ ਤੁਸੀਂ ਨੇ ਅੱਖੀਂ ਦੇਖਿਆ, ਤੁਸੀਂ ਨੇ ਸਪੀਚ ਕੀਤੀ ਆ। ਨੌਜਵਾਨ ਵਰਗ ਦਾ ਜੋਸ਼ ਤੇ ਸਿੱਖ ਸੰਗਤ ਦਾ ਜੋਸ਼ ਦੇਖ ਕੇ ਕੀ ਕਹਿੰਦੇ? ਵੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਕਸਰ ਜਦੋਂ ਅਸੀਂ ਇਸ ਜੋਸ਼ ਨੂੰ ਵੇਖ ਰਹੇ ਹਾਂ ਤਾਂ ਕਿਤੇ ਨਾ ਕਿਤੇ ਮੈਨੂੰ ਇੰਝ ਲੱਗਦਾ ਕਿ ਜਿਹੜੇ ਸਿੱਖਾਂ ਦੇ ਅਵਚੇਤਨ ਮਨ ਦੇ ਵਿੱਚ ਪਏ ਹੋਏ ਜਿਹੜੇ ਬੜੇ ਸੂਖਮ ਜਿਹੇ ਵਰਤਾਰੇ ਸੀਗੇ ਜਿਨ੍ਹਾਂ ਨੂੰ ਅਕਸਰ ਅਸੀਂ ਸੰਬੋਧਿਤ ਤੇ ਹੁੰਦੇ ਸੀ, ਕਦੀ ਮਹਿਸੂਸ ਨਹੀਂ ਸੀ ਕੀਤਾ। ਦੀਪ ਸਿੱਧੂ ਨੇ ਸ਼ਾਇਦ ਸੌਖੇ ਸ਼ਬਦਾਂ ਦੇ ਵਿੱਚ ਨੌਜਵਾਨੀ ਨੂੰ ਹੋਣ ਦੀ ਗੱਲ ਲੈ ਕੇ, ਐਗਜ਼ਿਸਟੈਂਸ ਦੀ ਗੱਲ ਲੈ ਕੇ, ਪਾਤਸ਼ਾਹੀ ਦਾਅਵੇ ਦੀ ਵਿਆਖਿਆ ਕਰਕੇ ਸ਼ਾਇਦ ਨੌਜਵਾਨਾਂ ਦੇ ਅਵਚੇਤਨ ਮਨ ਦੇ ਵਿੱਚ ਪਏ ਜਿਹੜੇ ਉਹ ਸੂਖਮ ਜਿਹੇ ਵਰਤਾਰੇ ਸੀ ਉਹਨਾਂ ਨੂੰ ਪ੍ਰਗਟ ਰੂਪ ਦੇ ਵਿੱਚ ਸਾਹਮਣੇ ਰੱਖਿਆ। ਉਹਦੇ ਨਾਲ ਕੀ ਹੋਇਆ ਕਿ ਨੌਜਵਾਨੀ ਨੂੰ ਇੰਝ ਲੱਗਾ ਕਿ ਸਾਨੂੰ ਸਾਡੀ ਮਾਨਸਿਕਤਾ ਦੇ ਹਾਣ ਦਾ ਕੋਈ ਇਵੇਂ ਦਾ ਆਗੂ ਮਿਲਿਆ ਜਿਹੜਾ ਕਿਤੇ ਨਾ ਕਿਤੇ ਸਾਡੇ ਉਹਨਾਂ ਵਿਚਾਰਾਂ ਦੀ ਤਰਜਮਾਨੀ ਕਰਦਾ ਜਿਹੜੇ ਵਿਚਾਰ ਕਿਤੇ ਨਾ ਕਿਤੇ ਅੰਦਰ ਦੱਬੇ ਹੋਏ ਸੀ। ਸੋ ਉਹਦੇ ਕਰਕੇ ਇਹ ਜਿਹੜਾ ਤੁਸੀਂ ਪਿਆਰ ਵੇਖ ਰਹੇ ਹੋ, ਉਹ ਦੀਪ ਸਿੱਧੂ ਦੀ ਸ਼ਖਸੀਅਤ ਤੋਂ ਜਿਹੜੀ ਜਾਗਰਤ ਚੇਤਨਤਾ ਸੀ ਉਹਦਾ ਬਹੁਤ ਵੱਡਾ ਪ੍ਰਭਾਵ ਹੈ। ਦੀਪ ਸਿੱਧੂ ਨੇ ਨੌਜਵਾਨਾਂ ਨੂੰ ਜਾਗਰੂਕ ਕਰ ਦਿੱਤਾ, ਤੁਸੀਂ ਨੇ ਕਿਹਾ, ਪਰ ਦੀਪ ਸਿੱਧੂ ਤੋਂ ਬਾਅਦ ਅਮਰਤਪਾਲ ਸਿੰਘ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਜਿਹੜਾ ਬਣਾਇਆ ਗਿਆ। ਤੁਹਾਨੂੰ ਲੱਗਦਾ ਕਿ ਦੀਪ ਸਿੱਧੂ ਦੀ ਚਲਾਈ ਹੋਈ ਇਹ ਲਹਿਰ ਨੂੰ ਜਿਹੜਾ ਅਮਰਤਪਾਲ ਸਿੰਘ ਉਸੇ ਸਪੀਡ ਦੇ ਨਾਲ, ਉਸੇ ਗਤੀ ਦੇ ਨਾਲ ਅੱਗੇ ਲਿਜਾ ਸਕਣਗੇ? ਅਮਰਤਪਾਲ ਵੀ ਦੀਪ ਸਿੱਧੂ ਦੀ ਤਰ੍ਹਾਂ ਨੌਜਵਾਨਾਂ ਦੇ ਵਿੱਚ ਉਸੇ ਤਰ੍ਹਾਂ ਹਰਮਨ ਪਿਆਰੇ ਹੋ ਸਕਣਗੇ ਜਿਸ ਤਰ੍ਹਾਂ ਦੀਪ ਸਿੱਧੂ ਸੀ? ਵੇਖੋ, ਆਸ ਤੇ ਬਹੁਤ ਹੈ, ਕਿਉਂਕਿ ਜਦੋਂ ਵਾਰਿਸ ਪੰਜਾਬ ਦੇ ਜਥੇਬੰਦੀ ਬਣਾਈ ਗਈ ਸੀ ਉਦੋਂ ਇਹਦੇ ਵਿੱਚ ਇੱਕ ਖਾਸ ਇਹ ਗੱਲ ਸੀ ਕਿ ਮੈਂ ਤੇ ਸਰਦਾਰ ਅਜਮੇਰ ਸਿੰਘ ਵੀ ਇਸ ਜਥੇਬੰਦੀ ਦੇ ਮੈਂਬਰ ਨਹੀਂ ਸੀ, ਸ਼ਾਇਦ ਦੀਪ ਸਿੱਧੂ ਵੀ ਇਸ ਜਥੇਬੰਦੀ ਦਾ ਮੈਂਬਰ ਨਹੀਂ ਸੀ। ਸੋਚਿਆ ਗਿਆ ਸੀ ਕਿ ਅਸੀਂ ਸਿਰਫ ਨੌਜਵਾਨਾਂ ਦੇ ਵਾਸਤੇ ਇੱਕ ਪਲੇਟਫਾਰਮ ਮੁਹੱਈਆ ਕਰਾਵਾਂਗੇ। ਸੋ ਉਹ ਨੌਜਵਾਨਾਂ ਨੂੰ ਜਾਂ ਨੌਜਵਾਨ ਵੀਰ ਨੂੰ ਪਲੇਟਫਾਰਮ ਦਿੱਤਾ ਗਿਆ। ਬਾਕੀ ਮੈਨੂੰ ਇੰਝ ਲੱਗਦਾ ਹੁੰਦਾ ਕਿ ਜਿਹੜੀ ਜਗ੍ਹਾ ਹੈ ਕੌਮ ਦੇ ਵਿੱਚ ਉਹ ਤੁਹਾਡੇ ਕੰਮ ਨੇ ਬਣਾਉਣੀ ਹੈ। ਹੁਣ ਦੀਪ ਸਿੱਧੂ ਦੀ ਕੋਈ ਜਥੇਬੰਦੀ ਨਹੀਂ ਸੀ, ਪਰ ਉਹ ਆਪਣੇ ਸਿਰ ਦੇ ਉੱਪਰ ਨੌਜਵਾਨਾਂ ਦੇ ਮਨਾਂ ਦੇ ਵਿੱਚ ਆਪਣੀ ਇੱਕ ਜਗ੍ਹਾ ਬਣਾ ਗਿਆ। ਸੋ ਜਥੇਬੰਦੀ ਕਈ ਵਾਰੀ ਪਲੇਟਫਾਰਮ ਹੁੰਦੀ ਹੈ, ਤੁਸੀਂ ਕਰਨਾ ਕੀ ਹੈ, ਕਿਵੇਂ ਵਿਚਰਨਾ ਹੈ, ਕੌਮ ਨੂੰ ਕਿਵੇਂ ਦੀ ਸੇਧ ਦੇਣੀ ਹੈ, ਇਹ ਭਵਿੱਖ ਤੈਅ ਕਰਦਾ ਹੈ। ਇਹਨਾਂ ਸਵਾਲਾਂ ਦੇ ਜਵਾਬ ਭਵਿੱਖ ਦੇ ਵਿੱਚ ਹੁੰਦੇ ਨੇ, ਪਰ ਜੇ ਤੁਸੀਂ ਉਸ ਸੋਚ ਨੂੰ ਲੈ ਕੇ ਉਨੀ ਵੱਡੀ ਸੋਚ ਦੇ ਨਾਲ ਤੁਰੋਗੇ ਤਾਂ ਕੁਦਰਤੀ ਕੌਮ ਪਿਆਰ ਦੇਵੇਗੀ। ਡਾਕਟਰ ਸਾਹਿਬ, ਦੀਪ ਸਿੱਧੂ ਸਿੱਖੀ ਹੱਕਾਂ ਦੀ ਗੱਲ ਕਰਦੇ ਸੀ, ਕੌਮੀ ਹੱਕਾਂ ਦੀ ਗੱਲ ਕਰਦੇ ਸੀ, ਕੌਮੀ ਘਰ ਦੀ ਉਹ ਗੱਲ ਕਰਦੇ ਸੀ, ਪਰ ਸਵਾਲ ਕਰਨੇ ਵਾਲੇ ਦੀਪ ਸਿੱਧੂ ਦੇ ਉੱਪਰ ਇਹ ਵੀ ਕਰ ਰਹੇ ਨੇ ਕਿ ਕੋਨਾ ਮੋਨਾ ਹੋ ਕੇ ਕੌਮੀ ਹੱਕਾਂ ਦੀ ਗੱਲ ਕਿਸ ਤਰ੍ਹਾਂ ਕਰਦਾ ਹੈ। ਇਤਿਹਾਸਕ ਪੱਖ ਤੋਂ ਜਾਣਨ ਦੀ ਕੋਸ਼ਿਸ਼ ਕਰੀਏ, ਇਤਿਹਾਸ ਦੇ ਵਿੱਚ ਕੀ ਇਸ ਤਰ੍ਹਾਂ ਦੀਆਂ ਕਿੰਨੀਆਂ ਉਦਾਹਰਨਾਂ ਹੋਣਗੀਆਂ ਕਿ ਜਿਹੜੀਆਂ ਕਰ ਸਕਦੇ ਨੇ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਦੀਪ ਸਿੱਧੂ ਦੇ ਉੱਪਰ ਜਿਹੜੇ ਇਸ ਤਰ੍ਹਾਂ ਦੇ ਸਵਾਲ ਨੇ ਉਹ ਕੀ ਜਾਇਜ਼ ਚੱਕੇ ਜਾਂਦੇ ਸੀ? ਵੇਖੋ, ਉਹਦੇ 'ਚ ਇਹ ਹੈ ਕਿ ਹਰ ਬੰਦੇ ਦਾ ਜ਼ਿੰਦਗੀ ਦਾ ਇੱਕ ਸਫ਼ਰ ਹੁੰਦਾ ਹੈ। ਪਹਿਲਾਂ ਤਾਂ ਅਸੀਂ ਦੀਪ ਸਿੱਧੂ ਦਾ ਉਹ ਫੇਜ਼ ਜਦੋਂ ਬੰਬੇ ਤੋਂ ਸਾਡੇ ਨਾਲ ਗੱਲ ਕਰਦਾ ਸੀ ਤੇ ਸਾਨੂੰ ਇਹ ਵੀ ਨਹੀਂ ਸੀ ਲੱਗਦਾ ਕਿ ਇਹ ਸੈਲੀਬ੍ਰਿਟੀ ਬੰਦਾ ਉਸ ਪੌਸ਼ ਲਾਈਫ ਨੂੰ ਛੱਡ ਕੇ ਪੰਜਾਬ ਦੀ ਗੱਲ ਕਰੇਗਾ। ਫਿਰ ਜਦੋਂ ਪੰਜਾਬ ਆ ਗਿਆ ਫਿਰ ਸਾਨੂੰ ਇਹ ਲੱਗਦਾ ਸੀ ਕਿ ਪੰਜਾਬੀਅਤ ਦੇ ਦਾਇਰੇ ਤੱਕ ਤਾਂ ਠੀਕ ਹੈ ਕਿ ਇਹ ਪੰਥ ਦੀ ਗੱਲ ਕਰੇਗਾ। ਜਦੋਂ ਉਸਨੇ ਪੰਥ ਦੀ ਗੱਲ ਸ਼ੁਰੂ ਕੀਤੀ ਤਾਂ ਫਿਰ ਲੱਗਦਾ ਸੀ ਕਿ ਪੰਥਕ ਲੀਡਰਸ਼ਿਪ ਜਿਹੜੀ ਇਹਨੂੰ ਪ੍ਰਵਾਨਗੀ ਦੇਵੇਗੀ। ਪਰ ਜਿਸ ਦਿਨ ਉਹਨੇ
ਉਹਨੇ ਇਹ ਗੱਲ ਕਹਿ ਦਿੱਤੀ ਨਾ, ਇਹ ਮੇਰੇ ਨਾਲ ਹੋਈ ਗੱਲਬਾਤ ਹੈ, ਕਿਉਂਕਿ ਮੇਰੇ ਨਾਲ ਅਕਸਰ ਫੋਨ ਤੇ ਗੱਲ ਹੁੰਦੀ ਸੀ। ਤੇ ਅਸੀਂ ਗੱਡੀ ਦੇ ਵਿੱਚ ਬੈਠੇ ਹਾਂ ਤੇ ਮੈਂ ਉਹਨੂੰ ਕਹਿ ਰਿਹਾ, ਮੈਂ ਕਿਹਾ ਦੀਪ, ਪੰਥਕ ਜਿਹੜਾ ਨੌਜਵਾਨ ਹੈ ਨਾ, ਪੰਥ ਦੀ ਵਿਚਾਰਧਾਰਾ 'ਚ ਤੈਨੂੰ ਇੱਕ ਆਗੂ ਦੇ ਰੂਪ 'ਚ ਵੇਖਦਾ। ਤੇ ਕਹਿੰਦਾ ਬਾਈ ਅਜੇ ਮੈਂ ਇਸ ਕਾਬਲ ਨਹੀਂ ਬਣਿਆ, ਜਿਸ ਦਿਨ ਖੰਡੇ ਬਾਟੇ ਦੀ ਪਾਹੁਲ ਲੈ ਕੇ ਮੈਂ ਗੁਰੂ ਵਾਲਾ ਸਿੰਘ ਬਣੂੰਗਾ, ਉਦੋਂ ਮੈਂ ਪੰਥਕ ਲੀਡਰਸ਼ਿਪ ਕਲੇਮ ਕਰੂੰਗਾ। ਸੋ ਇਸ ਕਰਕੇ ਇਹ ਤਾਂ ਉਹਦਾ ਇੱਕ ਸਫ਼ਰ ਸੀ ਜਿਹੜਾ ਬਹੁਤ ਜਲਦੀ ਤੈਅ ਹੋ ਗਿਆ। ਹੋ ਸਕਦਾ ਕਿ ਉਹ ਸਾਡੀਆਂ ਕੌਮੀ ਮਰਿਆਦਾ ਤੇ ਪਰੰਪਰਾਵਾਂ ਨੇ ਉਹਦੇ ਅਨੁਕੂਲ ਖੰਡੇ ਬਾਟੇ ਦੀ ਪਾਹੁਲ ਲੈ ਕੇ ਕੌਮ ਦੇ ਵਾਸਤੇ ਇੱਕ ਪੰਥਕ ਲੀਡਰਸ਼ਿਪ 'ਚ ਵੱਡਾ ਮੁਕਾਮ ਹਾਸਲ ਕਰਦਾ। ਦੀਪ ਸਿੱਧੂ ਇੱਕ ਪੜ੍ਹੇ ਲਿਖੇ ਵਕੀਲ ਸੀ। ਮੁੰਬਈ ਤੋਂ ਆ ਕੇ ਦਲੀਲਾਂ ਦੇ ਨਾਲ, ਆਪਣੀਆਂ ਤਕਰੀਰਾਂ ਦੇ ਨਾਲ ਵੱਡੇ ਵੱਡੇ ਆਗੂਆਂ ਦੇ ਕਿਹਾ ਜਾਂਦਾ ਕਿ ਮੂੰਹ ਬੰਦ ਕਰਾਏ ਨੇ। ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਚੰਡੀਗੜ੍ਹ ਪਹੁੰਚਦਾ ਤਾਂ ਰਾਜਪਾਲ ਨੂੰ ਦੀਪ ਮਿਲਣ ਜਾਂਦੇ ਨੇ ਤੇ ਦਲੀਲਾਂ ਬਹੁਤ ਕਿਹਾ ਜਾਂਦਾ ਕਿ ਵਧੀਆ ਦਿੰਦੇ ਨੇ। ਪਰ ਉਸ ਤੋਂ ਬਾਅਦ ਇੱਕ ਉਹਨਾਂ ਦੀ ਕਾਲ ਰਿਕਾਰਡਿੰਗ ਵਾਇਰਲ ਹੁੰਦੀ ਆ ਕਿ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਨੂੰ ਉਹਨਾਂ ਦੀ ਹੀ ਕਮੇਟੀ ਦੇ ਕੁਝ ਮੈਂਬਰਾਂ ਨੇ ਦੀਪ ਬਾਰੇ ਗਲਤ ਕਹਿ ਦਿੱਤਾ ਕਿ ਦੀਪ ਸਿੱਧੂ ਏਜੰਸੀਆਂ ਦਾ ਬੰਦਾ। ਕੀ ਫਿਰ ਸਿੱਖ ਕੌਮ ਵੀ ਜਿਉਂਦੇ ਜੀ ਦੀਪ ਸਿੱਧੂ ਦੀ ਵਕਾਲਤ ਦਾ, ਉਹਦੀ ਕੀਤੀ ਹੋਈ ਪੜ੍ਹਾਈ ਦਾ, ਉਹਦੀ ਨੌਲੇਜ ਦਾ ਸਹੀ ਫਾਇਦਾ ਨਹੀਂ ਚੱਕ ਸਕੀ, ਸਹੀ ਯੂਜ਼ ਨਹੀਂ ਕਰ ਸਕੀ? ਨਹੀਂ, ਇਹਦੇ ਵਿੱਚ ਵੇਖੋ ਜੀ ਦੋ ਗੱਲਾਂ ਹੁੰਦੀਆਂ ਨੇ। ਪਹਿਲੀ ਗੱਲ ਤੇ ਜੋ ਦੀਪ ਨੇ ਪੜ੍ਹਿਆ, ਉਹਨੇ ਦੇਖੋ ਜੁਡੀਸ਼ੀਅਲ ਜਿਹੜਾ ਉਹਦਾ ਸਬਜੈਕਟ ਸੀ ਜੁਡੀਸ਼ਰੀ, ਉਹਨੇ ਉਹਦੀ ਪੜ੍ਹਾਈ ਕੀਤੀ ਹੈ ਨਾ। ਜਿਹੜੀਆਂ ਉਦਣ ਗਵਰਨਰ ਨਾਲ ਗੱਲਾਂ ਹੋਈਆਂ, ਉਸ ਤੋਂ ਬਾਅਦ ਅਸੀਂ ਪਟਿਆਲੇ ਇੱਕ ਘਰ ਦੇ 'ਚ 8 ਘੰਟੇ ਲਗਾਤਾਰ ਬੈਠੇ ਰਹੇ। ਉਹ ਬੜੀਆਂ ਹੱਸ ਕੇ ਕਈ ਗੱਲਾਂ ਸੁਣਾ ਰਿਹਾ ਸੀ, ਔਰ ਉਹਦੇ ਵਿੱਚ ਉਹਦਾ ਕਹਿਣ ਦਾ ਮਤਲਬ ਪਤਾ ਕੀ ਸੀ? ਉਹ ਕਹਿੰਦਾ ਸੀ ਕਿ ਸਾਰੀਆਂ ਗੱਲਾਂ ਅਸੀਂ ਇਹਨਾਂ ਕਿਤਾਬਾਂ 'ਚੋਂ ਨਹੀਂ ਸਿੱਖ ਸਕਦੇ, ਜੋ ਕੁਝ ਧਰਮ 'ਚੋਂ ਸਿੱਖ ਸਕਦੇ ਹਾਂ। ਤਾਂ ਹੀ ਜਿਹੜੀ ਅਸੀਂ ਗੱਲ ਕਰਦੇ ਹਾਂ ਨਾ ਕਿ ਪੜ੍ਹਨਾ ਬੱਚੇ ਦਾ ਬਹੁਤ ਜ਼ਰੂਰੀ ਹੈ ਅਕੈਡਮਿਕ ਲੈਵਲ ਦੇ ਉੱਪਰ। ਉਹਨੇ ਕੀ ਪੜ੍ਹਨਾ ਹੈ ਇਹ ਕਈ ਵਾਰੀ ਕੌਮ ਨੇ ਤੈਅ ਕਰਨਾ ਹੁੰਦਾ, ਕਿ ਜੋ ਬੱਚੇ ਨੂੰ ਪੜ੍ਹਾਇਆ ਜਾ ਰਿਹਾ ਹੁੰਦਾ ਨਾ, ਉਹ ਤੁਹਾਡੀ ਕੌਮੀ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰ ਰਿਹਾ ਹੁੰਦਾ। ਜਿੱਥੋਂ ਤੱਕ ਜਿਹੜੀਆਂ ਇਵੇਂ ਦੀਆਂ ਗੱਲਾਂ, ਉਹਨਾਂ ਦੇ ਉੱਪਰ ਬਹੁਤ ਵੱਡੇ ਜਿਹੜੇ ਬਰਤਾਂਤ ਸਿਰਜੇ ਜਾਂਦੇ ਆ। ਮੈਂ ਸੋਚਦਾ ਕਿ ਕਈ ਵਾਰੀ ਜਦੋਂ ਹੁਣ ਤੁਸੀਂ ਮੇਰਾ ਫੋਨ ਵੇਖੋਗੇ ਤਾਂ ਦੀਪ ਜੇ ਮੰਨ ਲਓ ਤੁਹਾਡੇ ਨਾਲ ਨਾਰਾਜ਼ ਹੋਇਆ ਨਾ, ਤਾਂ ਉਹ ਮੈਨੂੰ ਮੈਸੇਜ ਕਰੇਗਾ ਜਾਂ ਫੋਨ ਕਰੇਗਾ, ਭਾਜੀ ਅੱਜ ਨਾ ਮੈਂ ਉਹ ਤੋਂ ਨਿਰਾਸ਼ਾ 'ਚ ਆ। ਤਾਂ ਓਬਵੀਅਸਲੀ ਮੈਨੂੰ ਨਹੀਂ ਲੱਗਦਾ ਕਿ ਉਸ ਗੱਲ ਨੂੰ ਆਧਾਰ ਬਣਾ ਕੇ ਅਸੀਂ ਕਿਸੇ ਧਿਰ ਦੇ ਉੱਪਰ ਦੋਸ਼ ਲਾ ਦਈਏ। ਇਹ ਕਈ ਵਾਰੀ ਕੁਦਰਤੀ ਗੱਲ ਹੁੰਦੀ ਹੈ ਵੀ ਬੰਦਾ ਕਿਸੇ ਤੋਂ ਥੋੜ੍ਹੇ ਸਮੇਂ ਲਈ ਨਿਰਾਸ਼ ਹੁੰਦਾ ਹੈ। ਮੇਰੇ ਕੋਲ ਬੜੇ ਉਹਦੇ ਮੈਸੇਜ ਪਏ ਨੇ, ਉਹ ਕਿਸੇ ਤੋਂ ਨਿਰਾਸ਼ ਹੁੰਦਾ ਹੈਗਾ ਤਾਂ ਕਹੂੰਗਾ ਸਰ ਅੱਜ ਨਾ ਮੈਂ ਫਲਾਣੀ ਗੱਲ ਤੇ ਬੜਾ ਨਿਰਾਸ਼ ਹੋਇਆ। ਸੋ ਮੇਰਾ ਫਰਜ਼ ਨਹੀਂ ਹੈ ਕਿ ਮੈਂ ਉਹ ਸਾਂਝੇ ਕਰਕੇ ਤੇ ਕੌਮ ਦੇ ਵਿੱਚ ਕਿਸੇ ਦੁਬਿਧਾ ਦਾ ਕਾਰਨ ਬਣਾ। ਜੇ ਉਸਨੇ ਮੇਰੇ ਨਾਲ ਨਿੱਜੀ ਕੀਤਾ ਤਾਂ ਮੇਰੇ ਖਿਆਲ ਨਾਲ ਉਹਦਾ ਨਿੱਜੀ ਵਿਸ਼ਵਾਸ ਹੈ ਜਿਹੜਾ ਮੈਨੂੰ ਤੋੜਨਾ ਨਹੀਂ ਚਾਹੀਦਾ। ਦੀਪ ਸਿੱਧੂ ਦੇ ਨਾਲ ਨੌਜਵਾਨ ਜਿਹੜੇ ਨੇ ਸ਼ੁਰੂ ਤੋਂ ਜੁੜੇ ਰਹੇ ਨੇ, ਚਾਹੇ ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਵੀ ਨੌਜਵਾਨ ਜੁੜੇ ਰਹਿੰਦੇ ਨੇ। ਹੁਣ ਵੀ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਵੀ ਦੀਪ ਸਿੱਧੂ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਜਿਹੜੀ ਆ ਨੌਜਵਾਨਾਂ ਵੱਲੋਂ ਲਗਾਤਾਰ ਕੀਤੀ ਜਾਂਦੀ ਆ। ਲੱਗਦਾ ਕਿ ਦੀਪ ਸਿੱਧੂ ਦੀ ਉਹ ਸੋਚ ਨੂੰ ਅੱਜ ਦਾ ਨੌਜਵਾਨ ਜਿਹੜਾ ਅੱਗੇ ਲੈ ਕੇ ਜਾਊਗਾ, ਜਾਂ ਫਿਰ ਕੁਝ ਦਿਨਾਂ ਦਾ ਜਿਸ ਤਰ੍ਹਾਂ ਪਹਿਲਾਂ ਵੀ ਕਰਦਾ ਰਿਹਾ, ਦੀਪ ਸਿੱਧੂ ਵੀ ਕਹਿੰਦੇ ਰਹੇ ਨੇ ਕਿ ਬਰਸੀਆਂ 'ਤੇ ਇਕੱਠੇ ਹੋਣ ਜੋਗੇ ਇੱਕ ਤਾਨੇ ਦੀ ਤਰ੍ਹਾਂ ਲੈਂਦਾ ਰਿਹਾ, ਕਿਤੇ ਫੇਰ ਉਹੀ ਗੱਲ ਤਾਂ ਨਹੀਂ ਹੋ ਜਾਏਗੀ ਕਿ ਦੀਪ ਦੀਆਂ ਬਰਸੀਆਂ 'ਤੇ ਹੀ ਇਕੱਠੇ ਹੋਣ ਜੋਗੀ ਕੌਮ ਰਹੇਗੀ? ਜੇ ਤਾਂ ਇਹ ਗੱਲ ਸਿਰਫ ਨਾਅਰੇ ਤੱਕ ਸੀਮਤ ਰਹੀ ਫਿਰ ਤਾਂ ਕੋਈ ਸ਼ੱਕ ਨਹੀਂ ਆ, ਬਰਸੀਆਂ ਤੱਕ ਹੀ ਰਵਾਂਗੇ। ਪਰ ਜੇ ਅਸੀਂ ਜਗ੍ਹਾ ਜਗ੍ਹਾ ਦੇ ਉੱਪਰ, ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਰਾਜਨੀਤਿਕ ਧੜੇਬੰਦੀ ਤੇ ਜਾ ਕੇ ਉਹਦੇ 'ਚ ਆਪ ਵਾਲੇ ਹੋ ਸਕਦੇ, ਅਕਾਲੀ ਦਲ ਬਾਦਲ ਨਾਲ ਸੰਬੰਧਿਤ ਨੌਜਵਾਨ ਹੋ ਸਕਦੇ ਨੇ, ਕਾਂਗਰਸੀ ਨੌਜਵਾਨ ਵੀ ਹੋ ਸਕਦਾ। ਪਰ ਜਦੋਂ ਤੁਸੀਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨੀ ਆ ਤਾਂ ਇਸ ਰਾਜਸੀ ਸਫਬੰਦੀ ਤੋਂ ਉੱਪਰ ਉੱਠ ਕੇ ਜਿੱਦਣ ਤੁਸੀਂ ਹੋਂਦ ਜਾਂ ਪਾਤਸ਼ਾਹੀ ਦਾਅਵੇ ਨੂੰ ਸਮਝ ਜਾਓਗੇ ਨਾ, ਫਿਰ ਤੁਹਾਨੂੰ ਇਹ ਮਹਿਸੂਸ ਹੋਵੇਗਾ ਕਿ ਜਿਹੜਾ ਪੰਜਾਬ ਦਾ ਸੱਭਿਆਚਾਰ ਆ ਉਹ ਜਰਾਇਤ ਦੇ ਨਾਲ ਜੁੜਿਆ ਹੋਇਆ, ਖੇਤੀ ਦੇ ਨਾਲ ਜੁੜਿਆ, ਜ਼ਮੀਨ ਦੇ ਨਾਲ ਜੁੜਿਆ। ਤੇ ਜ਼ਮੀਨ ਦੇ ਉੱਪਰ ਕੋਈ ਵੀ ਖਤਰਾ, ਚਾਹੇ ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਗੱਲ ਆਈ ਹੈ, ਜਿੰਨੀਆਂ ਵੀ ਸਮੱਸਿਆਵਾਂ ਸਾਨੂੰ ਪੈਦਾ ਹੁੰਦੀਆਂ ਨੇ ਉਹਦਾ ਕਾਰਨ ਇਹੀ ਹੈ ਕਿ ਰਾਜਾਂ ਦੇ ਕੋਲ ਪੂਰਨ ਅਧਿਕਾਰ ਨਹੀਂ ਹੈਗੇ ਤੇ ਕੇਂਦਰ ਜਿਹੜਾ ਉਹ ਸਾਰੇ ਅਧਿਕਾਰਾਂ ਦਾ ਕੇਂਦਰੀਕਰਨ ਕਰ ਰਿਹਾ। ਸੋ ਜੇ ਤਾਂ ਅਸੀਂ ਉਸ ਦੀ ਇਸ ਗੱਲ ਨੂੰ ਮਨ 'ਚ ਵਸਾ ਕੇ ਤੇ ਜਿਹੜੀ ਉਹ ਗੱਲ ਚਾਹੁੰਦਾ ਸੀਗਾ ਕਿ ਅਸੀਂ ਇੱਕ ਪਾਤਸ਼ਾਹੀ ਦਾਅਵੇ ਦੀ ਗੱਲ ਕਰੀਏ, ਤਾਂ ਫਿਰ ਤਾਂ ਮੈਨੂੰ ਲੱਗਦਾ ਕਿ ਉਹ ਸੋਚ ਨੂੰ ਲੰਬੇ ਸਮੇਂ ਤੱਕ ਰੱਖਿਆ ਜਾ ਸਕਦਾ। ਨਹੀਂ ਤਾਂ ਆਹ ਗੱਲਾਂ ਤਾਂ ਫਿਰ ਨਾਅਰਿਆਂ ਤੱਕ ਹੀ ਸੀਮਿਤ ਰਹਿ ਜਾਣਗੀਆਂ। ਦੀਪ ਸਿੱਧੂ ਲਗਾਤਾਰ ਗੱਲਾਂ ਕਰਦੇ ਸੀ ਕਿ ਪੰਜਾਬ ਦੀ ਹੋਂਦ ਦੀ ਲੜਾਈ ਆ। ਪੰਜਾਬ ਕਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰਦਾ, ਕਦੇ ਵੱਧ ਰਹੇ ਨਸ਼ੇ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਨੇ, ਕਦੇ ਗੁਰੂ ਸਾਹਿਬ ਦੇ ਕੀਤੇ ਹੋਏ ਇਤਿਹਾਸ ਦੇ ਨਾਲ ਛੇੜਛਾੜ ਦੇ ਨਾਲ ਉਸ ਸੰਬੰਧੀ ਜਿਹੜੇ ਨੇ ਸੰਘਰਸ਼ ਕੀਤੇ ਜਾਂਦੇ ਨੇ। ਹੁਣ ਭਾਖੜਾ ਡੈਮ ਦਾ ਮੁੱਦਾ ਆ ਗਿਆ ਕਿ ਪੰਜਾਬ ਸਿਰਫ ਸੰਘਰਸ਼ ਹੀ ਕਰੇਗਾ, ਪੰਜਾਬ ਕਦੇ ਚੈਨ ਦੀ ਨੀਂਦ ਨਹੀਂ ਸੋਏਗਾ? ਜਿਹੜੀ ਦੀਪ ਨੇ ਇੱਕ ਵੱਡੀ ਗੱਲ ਹੋਣ ਦੀ ਗੱਲ ਕਰ ਦਿੱਤੀ, ਐਗਜ਼ਿਸਟੈਂਸ ਦੀ ਗੱਲ ਕੀਤੀ ਨਾ, ਅਸੀਂ ਉਹਦੇ ਵਿੱਚ ਜਿਹੜੀਆਂ ਆਹ ਚੀਜ਼ਾਂ ਸੀ ਨਾ, ਇਹਨੂੰ ਕਈ ਵਾਰੀ ਰਲ ਗੱਡ ਹੋਇਆ ਸਾਡਾ ਨੌਜਵਾਨ ਸਮਝ ਰਿਹਾ। ਇਹ ਤਾਂ ਸਾਰੇ ਬਿਮਾਰੀ ਦੇ ਲੱਛਣ ਨੇ। ਕਿਤਾਬਾਂ 'ਚ ਇਤਿਹਾਸ ਦੇ ਨਾਲ ਗੱਲ ਹੋਣੀ, ਨਸ਼ਿਆਂ ਦੀ ਗੱਲ ਹੋਣੀ, ਪਾਣੀ ਖੋਇਆ ਜਾਣਾ, ਪੈਸਟੀਸਾਈਡਸ ਦੀ ਗੱਲ, ਇਨਸੈਕਟੀਸਾਈਡ ਦੀ ਗੱਲ, ਕਾਨੂੰਨਾਂ ਦੀ ਗੱਲ, ਇਹ ਸਾਰੀਆਂ ਜਿਹੜੀਆਂ ਨੇ ਇਹ ਇੱਕ ਬਿਮਾਰੀ ਦੀਆਂ ਅਲਾਮਤਾਂ ਨੇ। ਉਸ ਬਿਮਾਰੀ ਜਿਹੜੀ ਅਲਾਮਤ ਸੀ ਉਹਦੇ ਵਿੱਚੋਂ ਜਿਹੜਾ ਹੱਲ ਸੀ, ਉਹਦਾ ਇਲਾਜ ਸੀ, ਉਹ ਸੀ ਹੋਂਦ। ਕਿ ਜਿੱਦਣ ਤੁਸੀਂ ਆਪਣੀ ਹੋਂਦ ਨੂੰ ਮਹਿਸੂਸ ਕਰ ਲਿਆ ਉਦੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਸ ਹੋਂਦ ਨੂੰ ਖਤਮ ਕਰਨ ਦੇ ਵਾਸਤੇ ਖਤਰੇ ਕਿਹੜੇ ਨੇ। ਸੋ ਅਸੀਂ ਖਤਰਿਆਂ ਨੂੰ ਮਹਿਸੂਸ ਕਰਕੇ ਉਸ ਪਾਸੇ ਤੁਰਨਾ ਸੀ। ਉਹੀ ਅੱਜ ਉਹਦੀ ਸੋਚ ਹੈ ਜਿੱਥੇ ਪਹਿਰਾ ਦੇਣ ਦੀ ਲੋੜ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਖਾਲਸਾ। ਸੋ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨੂੰ ਗੱਲਾਂ ਬਾਤਾਂ ਤੁਸੀਂ ਨੇ ਸੁਣੀਆਂ ਕਿ ਦੀਪ ਸਿੱਧੂ ਦੀ ਸੋਚ ਕੀ ਕਹਿੰਦੀ ਸੀ,
ਦੀਪ ਸਿੱਧੂ ਜਦੋਂ ਕਿਸੇ ਦੇ ਨਾਲ ਨਾਰਾਜ਼ ਹੁੰਦੇ ਤਾਂ ਡਾਕਟਰ ਸੁਖਪ੍ਰੀਤ ਉਦੋਕੇ ਦੇ ਨਾਲ ਵੀ ਆਪਣੇ ਦਿਲ ਦੇ ਜਜ਼ਬਾਤ ਜਿਹੜੇ ਨੇ ਸਾਂਝੇ ਕਰ ਲੈਂਦੇ ਸੀ। ਗੱਲਾਂ ਕਹੀਆਂ ਕਿ ਲੋੜ ਆ ਦੀਪ ਸਿੱਧੂ ਦੀ ਸੋਚ ਨੂੰ ਬਚਾਉਣ ਦੀ। ਕਿਤੇ ਦੀਪ ਸਿੱਧੂ ਦੀ ਸੋਚ ਇਹਨਾਂ ਨਾਰਿਆਂ ਦੇ ਵਿੱਚ, ਇਹਨਾਂ ਜਕਾਰਿਆਂ ਦੇ ਵਿੱਚ, ਇਹਨਾਂ ਦੀਪ ਸਿੱਧੂ ਜਿੰਦਾਬਾਦ ਦੇ ਜਕਾਰਿਆਂ ਦੇ ਵਿੱਚ ਦਬ ਕੇ ਨਾ ਰਹਿ ਜਾਵੇ। ਜਿੱਦਾਂ ਦੀਪ ਸਿੱਧੂ ਇੱਕ ਮੇਣਾ ਮਾਰਦੇ ਸੀ ਕਿ ਕੌਮ ਜਿਹੜੀ ਆ ਬਰਸੀਆਂ 'ਤੇ ਇਕੱਠੀ ਹੋਣ ਜੋਗੀ ਆ, ਕਿਤੇ ਉਹੀ ਕੰਮ ਦੀਪ ਸਿੱਧੂ ਦੇ ਮਾਮਲੇ ਦੇ ਵਿੱਚ ਨਾ ਹੋ ਜਾਵੇ ਕਿ ਕੌਮ ਦੀਪ ਸਿੱਧੂ ਦੇ ਭੋਗਾਂ ਤੇ ਦੀਪ ਸਿੱਧੂ ਦੇ ਅੰਤਿਮ ਅਰਦਾਸ ਸਮਾਗਮਾਂ ਦੇ ਉੱਪਰ ਹੀ ਇਕੱਠੀ ਹੋਣ ਜੋਗੀ ਨਾ ਰਹਿ ਜਾਵੇ। ਪੰਜਾਬੀ ਲੋਕ ਚੈਨਲ ਦੇ ਲਈ ਸੰਸਾਰਦੀਪ ਸਿੰਘ ਬਰਗਾੜੀ ਤੋਂ।